ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ ਪੀਰੀਅਡੀ। ਸਟਾਰਟ। ਰੁੱਖ ਨਾਲ ਮਨੁੱਖ ਦੀ ਸਾਂਝ ਸਦੀਆਂ ਪੁਰਾਣੀ ਹੈ ਡੰਡੀ। ਸਾਡੇ ਵੱਡ ਵਡੇਰੇ ਜੋ ਝੁੰਡਾਂ ਦੀ ਸ਼ਕਲ ਵਿੱਚ ਧਰਤੀ 'ਤੇ ਵਿਚਰਦੇ ਸਨ ਨੂੰ ਸਭ ਤੋਂ ਵੱਡਾ ਆਸਰਾ ਰੁੱਖਾਂ ਨੇ ਦਿੱਤਾ ਡੰਡੀ। ਰੁੱਖਾਂ ਬਗੈਰ ਮਨੁੱਖੀ ਵਿਕਾਸ ਸੰਭਵ ਨਹੀਂ ਸੀ ਡੰਡੀ। ਰੁੱਖਾਂ ਨਾਲ ਧਰਤੀ 'ਤੇ ਹਰਿਆਲੀ ਹੈ, ਖੁਸ਼ਹਾਲੀ ਹੈ ਡੰਡੀ। ਆਦਿ ਕਾਲ ਦਾ ਮਨੁੱਖ ਜਦੋਂ ਕਿਸੇ ਜੰਗਲੀ ਜਾਨਵਰ ਤੋਂ ਬਚਾਅ ਲਈ ਦੌੜਦਾ ਸੀ ਤਾਂ ਉਸ ਦਾ ਸਭ ਤੋਂ ਵੱਡਾ ਆਸਰਾ ਕੋਈ ਉੱਚਾ ਵਿਸ਼ਾਲ ਰੁੱਖ ਹੁੰਦਾ ਸੀ ਡੰਡੀ। ਪੰਜਾਬ ਵਿੱਚ 5 ਦਹਾਕੇ ਪਹਿਲਾਂ ਜੇ ਘਰ ਵਿੱਚ ਕੋਈ ਕਾਰਜ ਹੁੰਦਾ ਸੀ ਜਾਂ ਕੋਈ ਨਵੀਂ ਛਤੌਤ ਕਰਨੀ ਹੁੰਦੀ ਸੀ ਤਾਂ ਰੁੱਖਾਂ ਦਾ ਆਸਰਾ ਲੱਭਿਆ ਜਾਂਦਾ ਸੀ। ਪਰ ਹੁਣ ਅਸੀਂ ਸਮਝ ਲਿਆ ਹੈ ਕਿ ਰੁੱਖਾਂ ਨਾਲ ਸਾਡੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ। ਇਸ ਲਈ ਸੜਕਾਂ, ਰਾਹਾਂ, ਵੱਟਾਂ, ਬੰਨਿਆਂ, ਬੰਬੀਆਂ ਤੋਂ ਰੁੱਖਾਂ ਦਾ ਵਡਾਂਗਾ ਕਰ ਦਿੱਤਾ, ਜਦਕਿ ਇਸ ਤੋਂ ਉਲਟ ਫਸਲਾਂ ਦੀ ਸਹੀ ਪੈਦਾਵਾਰ ਅਤੇ ਗੁਣਵੱਤਾ ਲਈ ਰੁੱਖ ਜ਼ਰੂਰੀ ਹਨ ਡੰਡੀ। ਰੁੱਖਾਂ 'ਤੇ ਪਰਿੰਦੇ ਰਹਿੰਦੇ ਹਨ, ਆਲ੍ਹਣੇ ਪਾਉਂਦੇ ਹਨ ਡੰਡੀ। ਇਹ ਫਸਲਾਂ ਨੂੰ ਕੀਟਾਂ ਤੋਂ ਬਚਾਉਣ ਲਈ ਵੱਡੀ ਭੂਮਿਕਾ ਨਿਭਾਉਂਦੇ ਹਨ ਡੰਡੀ। ਇਹੋ ਪੰਛੀ ਰੁੱਖਾਂ ਦੇ ਫਲ ਬੀਜ ਵੀ ਖਾਂਦੇ ਹਨ ਡੰਡੀ। ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਬੀਜ ਲਿਜਾਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਡੰਡੀ। ਨਵੀਆਂ ਥਾਵਾਂ ਉੱਤੇ ਹੋਰ ਰੁੱਖ ਪੈਦਾ ਕਰਨ ਲਈ ਕੁਦਰਤ ਪ੍ਰਤੀ ਆਪਣਾ ਬਣਦਾ ਫਰਜ਼ ਅਦਾ ਕਰਦੇ ਹਨ ਡੰਡੀ। ਦੂਜੇ ਪਾਸੇ ਮਨੁੱਖਾਂ ਦੇ ਸੁਭਾਅ ਵਿੱਚੋਂ ਕੁਦਰਤ ਮਨਫੀ ਹੋ ਗਈ ਹੈ ਡੰਡੀ। ਸਾਡੇ ਮਨਾਂ ਨੂੰ ਬਾਜ਼ਾਰ ਨੇ ਵਰਗਲਾ ਲਿਆ ਹੈ ਡੰਡੀ। ਬਾਜ਼ਾਰ ਨੇ ਖੇਤਾਂ ਦੀਆਂ ਸਮੱਸਿਆਵਾਂ ਲਈ ਸਾਨੂੰ ਜ਼ਹਿਰਾਂ ਵੇਚੀਆਂ। ਜ਼ਹਿਰਾਂ ਨਾਲ ਵਾਤਾਵਰਨ ਜ਼ਹਿਰੀਲਾ ਹੋਇਆ ਡੰਡੀ। ਬਹੁਤ ਸਾਰੇ ਪੰਛੀ ਸਾਥੋਂ ਰੁੱਸ ਕੇ ਦੂਰ ਤੁਰ ਗਏ ਡੰਡੀ। ਇਸ ਲਈ ਜ਼ਹਿਰਾਂ ਘਟਾਉਣ ਅਤੇ ਆਪਣੀ ਔਲਾਦ ਨੂੰ ਬਿਮਾਰੀਆਂ, ਦੁਸ਼ਵਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਰੁੱਖਾਂ ਦੇ ਗਲ ਲੱਗਿਆ ਜਾਵੇ, ਰੁੱਖਾਂ ਨੂੰ ਗਲ ਲਾਇਆ ਜਾਵੇ ਡੰਡੀ। ਵਿਗਿਆਨਕ ਤੱਥ ਇਹ ਹੈ, ਮਨੁੱਖ ਅਤੇ ਜੀਵ ਜੰਤੂਆਂ ਦੇ ਰਹਿਣ ਲਈ ਧਰਤੀ ਦੇ 33% ਰਕਬੇ 'ਤੇ ਜੰਗਲ ਹੋਣੇ ਜ਼ਰੂਰੀ ਹਨ। ਪਰ ਅਸੀਂ ਰੁੱਖਾਂ ਦਾ ਵਡਾਂਗਾ ਇੰਨੀ ਵੱਡੀ ਪੱਧਰ 'ਤੇ ਕੀਤਾ ਹੈ ਕਿ ਜੰਗਲ ਇਸ ਸਮੇਂ ਸਾਡੇ ਕੋਲ ਸਿਰਫ 3.67% ਹਿੱਸੇ ਵਿੱਚ ਹੀ ਬਚੇ ਹਨ ਡੰਡੀ। ਜੰਗਲ ਜਿੱਥੇ ਮਨੁੱਖ ਦੀ ਹੋਂਦ ਲਈ ਜ਼ਰੂਰੀ ਹਨ, ਉੱਥੇ ਇਹ ਪੰਛੀਆਂ ਦਾ ਹੀ ਨਹੀਂ, ਜੰਗਲੀ ਪਸ਼ੂਆਂ ਦਾ ਵੀ ਰੈਣ ਬਸੇਰਾ ਹੁੰਦੇ ਹਨ ਡੰਡੀ। ਜੰਗਲਾਂ ਦੇ ਸਫਾਏ ਦਾ ਅਰਥ ਹੈ ਜੰਗਲੀ ਪਸ਼ੂ, ਪਰਿੰਦੇ ਅਤੇ ਕੁਦਰਤੀ ਵੰਨ ਸਵੰਨਤਾ ਦਾ ਕਤਲ ਡੰਡੀ। ਇਹ ਕਤਲ ਕਿਸੇ ਵੀ ਕੀਮਤ 'ਤੇ ਨਹੀਂ ਹੋਣਾ ਚਾਹੀਦਾ ਡੰਡੀ। ਅਸੀਂ ਹੀ ਨਹੀਂ, ਸਾਡੀਆਂ ਔਲਾਦਾਂ ਨੇ ਵੀ ਇਸੇ ਧਰਤੀ 'ਤੇ ਵਿਚਰਨਾ ਹੈ ਡੰਡੀ। ਜੇ ਅਸੀਂ ਇਸ ਧਰਤੀ ਦੇ ਕੁਦਰਤ ਪੱਖੀ ਨਿਜ਼ਾਮ ਨੂੰ ਚੰਗਾ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਦੇ ਤਾਂ ਸਾਨੂੰ ਇਹ ਵੀ ਹੱਕ ਨਹੀਂ ਕਿ ਅਸੀਂ ਇਸ ਦੀ ਤਬਾਹੀ ਦੇ ਰਾਹ ਤੁਰ ਪਈਏ ਡੰਡੀ। ਅਸੀਂ ਕੁਦਰਤੀ ਬਨਸਪਤੀ ਅਤੇ ਜੰਗਲ ਸਾਫ਼ ਕਰਕੇ ਧਰਤੀ ਨੂੰ ਜਾਂ ਤਾਂ ਪਲਾਟਾਂ ਦਾ ਰੂਪ ਦੇ ਦਿੱਤਾ ਜਾਂ ਫਿਰ ਉਸ ਥਾਂ ਕੰਕਰੀਟ ਦੇ ਜੰਗਲ ਉਸਾਰ ਲਏ ਡੰਡੀ। ਸਾਡੇ ਵੱਡ ਵਡੇਰਿਆਂ ਵੱਲੋਂ ਖੂਹਾਂ 'ਤੇ ਲਗਾਏ ਰੁੱਖਾਂ ਦੇ ਝੁੰਡ ਫਰਨੀਚਰ ਦੇ ਰੂਪ ਵਿੱਚ ਸਾਡੇ ਘਰਾਂ ਦਾ ਸ਼ਿੰਗਾਰ ਬਣ ਗਏ ਡੰਡੀ। ਸੀਮੈਂਟ ਦੀਆਂ ਛੱਤਾਂ ਅਤੇ ਸ਼ੀਸ਼ੇ ਦੀਆਂ ਬਾਰੀਆਂ ਵਾਲੇ ਘਰ ਉਸਾਰ ਕੇ ਅਸੀਂ ਉਹਨਾਂ ਪੰਛੀਆਂ ਤੋਂ ਸਦਾ ਲਈ ਵਿਛੜ ਗਏ ਜੋ ਸਾਡੇ ਘਰਾਂ ਵਿੱਚ ਪ੍ਰਾਹੁਣੇ ਬਣ ਕੇ ਸਾਡੇ ਨਾਲ ਰਹਿੰਦੇ ਸਨ ਡੰਡੀ। ਵਿਕਾਸ ਦੀ ਹਨੇਰੀ ਸਾਡਾ ਬੜਾ ਕੁਝ ਉਡਾ ਕੇ ਲੈ ਗਈ ਡੰਡੀ। ਕੱਚੀਆਂ ਕੰਧਾਂ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ
100 शब्द प्रति मिनट। डिक्टेशन नंबर 2 बी रेडी। स्टार्ट। सन ओ हुण आलणे पाउण तां कित्थे पाउण कित्थे प्रश्न चिन्ह। ਸਾਡੇ ਪਿੰਡਾਂ ਵਿੱਚ ਹੁਣ ਉੱਚੀਆਂ ਕੋਠੀਆਂ ਉਸਰ ਗਈਆਂ ਹਨ ਡੰਡੀ। ਪਿੰਡ ਬਦਲ ਗਏ ਹਨ ਡੰਡੀ। ਕੁਝ ਦਹਾਕੇ ਪਹਿਲਾਂ ਦੇ ਪਿੰਡਾਂ ਵਿੱਚ ਕੁਝ ਸਾਂਝੀਆਂ ਥਾਵਾਂ ਹੁੰਦੀਆਂ ਸਨ ਜਿੱਥੇ ਇੱਕ ਦੋ ਪਿੱਪਲ ਜਾਂ ਬੋਹੜ ਹੁੰਦੇ ਸਨ ਡੰਡੀ। ਉੱਚਾ ਉੱਡਣ ਵਾਲੇ ਕੁਝ ਪੰਛੀ ਇਹਨਾਂ ਰੁੱਖਾਂ 'ਤੇ ਆਲਣੇ ਬਣਾਉਂਦੇ ਅਤੇ ਆਂਡੇ ਦਿੰਦੇ ਸਨ ਡੰਡੀ। ਇਸੇ ਤਰ੍ਹਾਂ ਹਰ ਪਿੰਡ ਵਿੱਚ ਛੱਪੜ ਹੁੰਦਾ ਸੀ ਜੋ ਪਸ਼ੂਆਂ ਨੂੰ ਪਾਣੀ ਪਿਆਉਣ ਨਹਾਉਣ ਲਈ ਵਰਤਿਆ ਜਾਂਦਾ ਸੀ ਡੰਡੀ। ਇੱਥੋਂ ਹੀ ਸਿਆਲ ਆਉਣ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੇ ਕੰਧਾਂ ਕੌਲੇ ਲਿਪਣ ਲਈ ਗਿੱਲੀ ਮਿੱਟੀ ਲੈ ਕੇ ਜਾਂਦੇ ਸਨ ਡੰਡੀ। ਪੰਜਾਬ ਦੇ ਪਿੰਡਾਂ ਦੇ ਇਹਨਾਂ ਛੱਪੜਾਂ ਵਿੱਚ ਡੱਡੂ ਮੱਛੀਆਂ ਬਗਲੇ ਕੱਛੂ ਗਡੋਏ ਆਦਿ ਆਮ ਦੇਖੇ ਜਾ ਸਕਦੇ ਹਨ ਡੰਡੀ। ਚਿੜੀਆਂ ਤੋਤੇ ਲਾਲੀਆਂ ਕਾਂ ਕਬੂਤਰ ਆਦਿ ਘਰਾਂ ਦੀਆਂ ਕੰਧਾਂ ਖੁੱਡਾਂ ਖੋਲਿਆਂ ਵਿੱਚ ਆਲਣੇ ਪਾਉਂਦੇ ਹਨ ਡੰਡੀ। ਆਲਣੇ ਬਣਾਉਣ ਲਈ ਇਹ ਜਾਨਵਰ ਵੱਖ-ਵੱਖ ਤਰ੍ਹਾਂ ਦੇ ਕੱਖ ਵਰਤਦੇ ਹਨ ਡੰਡੀ। ਕੁਝ ਪੰਛੀ ਅਜਿਹੇ ਵੀ ਹਨ ਜਿਨ੍ਹਾਂ ਵਾਸਤੇ ਘਰ ਬਣਾਉਣ ਦਾ ਸਮਾਨ ਹੀ ਨਹੀਂ ਬਚਿਆ ਡੰਡੀ। ਇਹ ਸਭ ਕੁਝ ਸਾਡੀ ਮੁਨਾਫਾ ਬਟੋਰੂ ਬਾਜ਼ਾਰੂ ਸੋਚ ਦੀ ਭੇਂਟ ਚੜ ਗਿਆ ਹੈ ਡੰਡੀ। ਬੜਾ ਪਿਆਰਾ ਪੰਛੀ ਹੈ ਬਿਜੜਾ ਜੋ ਸਰਕੜਾ ਚੀਰ ਚੀਰ ਕੇ ਆਪਣਾ ਘਰ ਬਣਾਉਂਦਾ ਹੈ ਡੰਡੀ। ਇਸ ਦਾ ਆਲਣਾ ਕਿੱਕਰਾਂ ਦੀਆਂ ਟਾਹਣੀਆਂ ਨਾਲ ਲਟਕਵੇਂ ਰੂਪ ਵਿੱਚ ਹੁੰਦਾ ਹੈ ਡੰਡੀ। ਦਹਾਕਾ ਕੁ ਪਹਿਲਾਂ ਬਿਜੜੇ ਦੇ ਆਲਣੇ ਕਿੱਕਰਾਂ ਨਾਲ ਲਟਕਦੇ ਆਮ ਨਜ਼ਰ ਆਉਂਦੇ ਸਨ ਪਰ ਹੁਣ ਇਹ ਅਲੋਪ ਹੋ ਰਹੇ ਹਨ ਡੰਡੀ। ਅੱਜ ਸਰਕੜਾ ਕਿਤੇ ਨਹੀਂ ਰਿਹਾ ਅਤੇ ਕਿੱਕਰਾਂ ਵੀ ਸੁੱਕ ਗਈਆਂ ਹਨ ਡੰਡੀ। ਹੁਣ ਬਿਜੜਾ ਵਿਚਾਰਾ ਆਲਣਾ ਕਿੱਥੇ ਪਾਵੇ ਪ੍ਰਸ਼ਨ ਚਿੰਨ੍ਹ। ਕੁਦਰਤੀ ਜੰਗਲਾਂ ਅਤੇ ਰੁੱਖਾਂ ਹੇਠਲਾ ਰਕਬਾ ਦਿਨੋ ਦਿਨ ਘਟ ਰਿਹਾ ਹੈ ਡੰਡੀ। ਚੀਤੇ ਸ਼ੇਰ ਹਿਰਨ ਆਦਿ ਬੜੀ ਘੱਟ ਗਿਣਤੀ ਵਿੱਚ ਬਚੇ ਹਨ ਡੰਡੀ। ਜੰਗਲ ਸਾਫ਼ ਕਰਕੇ ਮਨੁੱਖ ਨੇ ਧਰਤੀ ਨੂੰ ਜਾਂ ਤਾਂ ਵਾਹੀਯੋਗ ਬਣਾ ਲਿਆ ਜਾਂ ਇਹਨਾਂ ਜੰਗਲਾਂ ਦੀ ਥਾਂ ਇਮਾਰਤਾਂ ਦੇ ਜੰਗਲ ਉਸਾਰਨੇ ਸ਼ੁਰੂ ਕਰ ਦਿੱਤੇ ਡੰਡੀ। ਬਹੁਤ ਸਾਰਾ ਰਕਬਾ ਅਜਿਹਾ ਹੈ ਜਿੱਥੇ ਜਾਂ ਤਾਂ ਵੱਡੇ ਵੱਡੇ ਡੇਰੇ ਉਸਾਰ ਲਏ ਗਏ ਜਾਂ ਭੂ ਮਾਫੀਆ ਕਾਬਜ਼ ਹੋ ਗਿਆ ਡੰਡੀ। ਇਹਨਾਂ ਥਾਵਾਂ 'ਤੇ ਰੁੱਖ ਜਾਂ ਫਸਲਾਂ ਕੁਝ ਵੀ ਪੈਦਾ ਨਹੀਂ ਹੋ ਰਿਹਾ ਡੰਡੀ। ਧਰਤੀ 'ਤੇ ਪੰਛੀਆਂ ਦੀ ਚਹਿਚਹਾਟ ਖਤਮ ਕਰਨ ਲਈ ਸਿੱਧੇ ਤੌਰ 'ਤੇ ਮਨੁੱਖ ਜ਼ਿੰਮੇਵਾਰ ਹੈ ਡੰਡੀ। ਕੁਝ ਸਾਲਾਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਬੱਤਖਾਂ ਮੋਰ ਬੁਲਬੁਲਾਂ ਦੀਆਂ ਤਸਵੀਰਾਂ ਕਿਤਾਬਾਂ ਵਿੱਚ ਹੀ ਦਿਖਾ ਸਕਾਂਗੇ ਡੰਡੀ। ਅੱਜ ਮਨੁੱਖ ਇਸ ਧਰਤੀ 'ਤੇ ਦੂਜੇ ਸਭ ਜੀਵਾਂ ਵਾਸਤੇ ਬਹੁਤ ਭਿਆਨਕ ਸਾਬਤ ਹੋ ਰਿਹਾ ਹੈ ਡੰਡੀ। ਇਸ ਧਰਤੀ 'ਤੇ ਰਹਿਣ ਦਾ ਬਾਕੀ ਜੀਵਾਂ ਦਾ ਵੀ ਓਨਾ ਹੀ ਅਧਿਕਾਰ ਹੈ ਜਿੰਨਾ ਮਨੁੱਖ ਦਾ ਡੰਡੀ। ਮਨੁੱਖ ਆਪਣੇ ਮੁਨਾਫਾ ਕਮਾਊ ਰਵੱਈਏ ਨੂੰ ਹਰ ਹਾਲਤ ਵਿੱਚ ਹਰ ਥਾਂ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਲਾਗੂ ਕਰ ਰਿਹਾ ਹੈ ਡੰਡੀ। ਮਨੁੱਖ ਨੇ ਕੁਦਰਤੀ ਨਿਯਮਾਂ ਦੇ ਵਰਤਾਰਿਆਂ ਵਿੱਚ ਹੱਦੋਂ ਵੱਧ ਦਖਲ ਦੇਣਾ ਆਰੰਭ ਕਰ ਦਿੱਤਾ ਹੈ ਡੰਡੀ, ਜਿਸ ਕਰਕੇ ਪਿਛਲੇ ਕੁਝ ਅਰਸੇ ਤੋਂ ਕੁਝ ਜੀਵਾਂ ਦੀਆਂ ਨਸਲਾਂ ਤੇਜ਼ੀ ਨਾਲ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਹਨ ਡੰਡੀ। ਕੁਝ ਜੀਵ ਜਾਤੀਆਂ ਦਾ ਤਾਂ ਸਫਾਇਆ ਹੀ ਹੋ ਗਿਆ ਹੈ ਡੰਡੀ। ਮਨੁੱਖ ਹਰ ਹਰਬਾ ਵਰਤ ਕੇ ਦੌਲਤ ਲਈ ਹਾਬੜਿਆ ਹੋਇਆ ਹੈ ਡੰਡੀ। ਦੁਨਿਆਵੀ ਪਦਾਰਥ ਇਕੱਠੇ ਕਰਨ ਦੀ ਹਵਸ ਕਾਰਨ ਮਨੁੱਖ ਆਪਣੇ ਕੁਦਰਤੀ ਵਸੀਲੇ ਲਗਾਤਾਰ ਨਸ਼ਟ ਕਰ ਰਿਹਾ ਹੈ ਡੰਡੀ। ਮੋਟਰ ਗੱਡੀਆਂ ਹਵਾਈ ਜਹਾਜ਼ਾਂ ਰਾਕਟਾਂ ਮਿਜ਼ਾਈਲਾਂ ਕਾਰਖਾਨਿਆਂ ਫੈਕਟਰੀਆਂ ਤੋਂ ਇਲਾਵਾ ਖੇਤੀ ਦੀ ਰਹਿੰਦ ਖੂੰਹਦ ਸਾੜਨ ਤੋਂ ਪੈਦਾ ਹੋਏ ਜ਼ਹਿਰੀਲੇ ਧੂਏ ਨੇ ਵਾਤਾਵਰਨ ਪਲੀਤ ਕਰ ਦਿੱਤਾ ਹੈ ਡੰਡੀ।
ਖਪਤ ਵਧਣ ਨਾਲ ਫੈਕਟਰੀਆਂ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ ਸਟਾਰਟ। ਸੰਸਾਰ ਵਪਾਰ ਸੰਸਥਾ ਕਾਰਨ ਜੁੜੀਆਂ ਨਵੀਆਂ ਸਮੱਸਿਆਵਾਂ ਬਾਰੇ ਵੀ ਕੇਂਦਰ ਦੀਆਂ ਸਰਕਾਰਾਂ ਰਾਜਾਂ ਦੀ ਰਾਏ ਲੈਣਾ ਵੀ ਜ਼ਰੂਰੀ ਨਹੀਂ ਸਮਝਦੀਆਂ। ਡੰਡੀ ਖੇਤੀ ਖੇਤਰ ਕਰਕੇ ਆਪਣੀ ਪਛਾਣ ਬਣਾਉਣ ਵਾਲੇ ਪੰਜਾਬ ਦੀ ਕਿਸੇ ਸਰਕਾਰ ਨੇ ਅੱਜ ਤੱਕ ਕੋਈ ਖੇਤੀ ਨੀਤੀ ਨਹੀਂ ਬਣਾਈ। ਡੰਡੀ ਇਸ ਦਾ ਸਾਫ਼ ਅਰਥ ਹੈ ਕਿ ਇੰਨੇ ਮਹੱਤਵਪੂਰਨ ਸੰਕਟ ਅਤੇ ਮੁੱਦੇ ਉੱਤੇ ਪੂਰੀ ਗੰਭੀਰਤਾ ਨਾਲ ਦਿਮਾਗੀ ਕਸਰਤ ਨਹੀਂ ਕੀਤੀ ਗਈ। ਡੰਡੀ 2013 ਵਿੱਚ ਪੰਜਾਬ ਦੀ ਖੇਤੀ ਨੀਤੀ ਦਾ ਖਰੜਾ ਬਣਿਆ ਸੀ, ਪਰ ਇਹ ਮੰਤਰੀ ਮੰਡਲ ਦੀ ਮੀਟਿੰਗ ਤੱਕ ਵੀ ਨਹੀਂ ਪਹੁੰਚ ਸਕਿਆ। ਡੰਡੀ 2017 ਵਿੱਚ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਮਿਲਣ ਤੋਂ ਬਾਅਦ 2018 ਵਿੱਚ ਇੱਕ ਵਾਰ ਮੁੜ ਕਿਸਾਨ ਨੀਤੀ ਦੀਆਂ ਤਜਵੀਜ਼ਾਂ ਤਿਆਰ ਕੀਤੀਆਂ ਗਈਆਂ। ਡੰਡੀ ਇਸ ਬਾਰੇ ਸੈਮੀਨਾਰ ਵੀ ਕੀਤੇ ਅਤੇ ਅਖਬਾਰਾਂ ਵਿੱਚ ਵੱਡੇ ਇਸ਼ਤਿਹਾਰ ਵੀ ਦਿੱਤੇ, ਪਰ ਮੰਤਰੀ ਮੰਡਲ ਨੇ ਤੇ ਵਿਧਾਨ ਸਭਾ ਨੂੰ ਖਰੜੇ ਉੱਤੇ ਵਿਚਾਰ ਕਰਨ ਦੀ ਮੌਕਾ ਨਹੀਂ ਮਿਲਿਆ ਜਾਂ ਇਹ ਤਰਜੀਹੀ ਮੁੱਦਿਆਂ ਵਿੱਚ ਸ਼ਾਮਿਲ ਨਹੀਂ ਸੀ। ਡੰਡੀ ਇਸ ਕਿਸਾਨ ਨੀਤੀ ਦੇ ਖਰੜੇ ਵਿੱਚ ਕਿਸਾਨ ਦੀ ਪਰਿਭਾਸ਼ਾ ਵਿੱਚ ਜ਼ਮੀਨ ਮਾਲਕ, ਵਟਾਈਦਾਰ, ਕਿਰਾਏਦਾਰ, ਖੇਤੀ ਖੇਤਰ ਵਿੱਚ ਕੰਮ ਕਰਨ ਵਾਲੇ ਦਿਹਾੜੀਦਾਰ ਸਭ ਨੂੰ ਸ਼ਾਮਿਲ ਕੀਤਾ ਗਿਆ ਹੈ। ਡੰਡੀ ਚਲਾਵੇਂ ਰੂਪ ਵਿੱਚ ਹੀ ਸਹੀ ਸਿਹਤ, ਸਿੱਖਿਆ ਤੇ ਹੋਰ ਮੁੱਦੇ ਛੋਹੇ ਗਏ ਹਨ। ਡੰਡੀ ਕੇਂਦਰ ਦੀ ਤਰਜ਼ ਤੇ ਸਹਿਕਾਰਤਾ, ਬਾਗਬਾਨੀ ਤੇ ਪਸ਼ੂ ਪਾਲਣ ਵਿਭਾਗ ਦਾ ਮੰਤਰਾਲਾ ਇਕੱਠਾ ਕਰਨ ਅਤੇ ਹੇਠਲੇ ਪੱਧਰ ਤੇ ਵੀ ਇਹਨਾਂ ਵਿਭਾਗਾਂ ਦੀਆਂ ਇਕਜੁੱਟ ਸੇਵਾਵਾਂ ਮੁਹੱਈਆ ਕਰਵਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਡੰਡੀ ਪੰਚਾਇਤੀ ਰਾਜ ਕਾਨੂੰਨ 1994 ਤਹਿਤ ਹੋਣ ਵਾਲੇ ਗ੍ਰਾਮ ਸਭਾਵਾਂ ਦੇ ਇਜਲਾਸ ਯਕੀਨੀ ਬਣਾ ਕੇ ਸਾਰੀਆਂ ਸਕੀਮਾਂ ਦੇ ਲਾਭਪਾਤਰੀਆਂ ਦੀ ਨਿਸ਼ਾਨਦੇਹੀ ਇਜਲਾਸਾਂ ਵਿੱਚ ਕਰਵਾਉਣ ਲਈ ਲੋਕਾਂ ਦੀ ਹਿੱਸੇਦਾਰੀ ਦੀ ਵਕਾਲਤ ਕੀਤੀ ਗਈ ਹੈ। ਡੰਡੀ ਇਸ ਨੀਤੀ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਮੱਦੇਨਜ਼ਰ ਹਰ ਪਿੰਡ ਦੀ ਸਾਂਝੀ ਜ਼ਮੀਨ ਉੱਤੇ ਘੱਟੋ ਘੱਟ 1 ਹੈਕਟੇਅਰ ਵਿੱਚ ਜੈਵਿਕ ਵੰਨ ਸਵੰਨਤਾ ਖੇਤਰ ਐਲਾਨਣ, ਸਾਂਝੀ ਜ਼ਮੀਨ ਉੱਤੇ ਝੋਨੇ ਦੀ ਫਸਲ ਲਗਾਉਣ ਉੱਤੇ ਰੋਕ ਲਗਾਉਣ ਅਤੇ ਸਾਂਝੀ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਰੁਝਾਨ ਵਿਕਸਿਤ ਕਰਨ ਦਾ ਵਾਅਦਾ ਕੀਤਾ ਗਿਆ ਹੈ। ਡੰਡੀ ਪੈਰਾ ਚੇਂਜ ਔਰਤਾਂ ਨੂੰ ਇੱਕੋ ਜਿਹੇ ਕੰਮ ਲਈ ਬਰਾਬਰ ਵੇਤਨ ਦਿਵਾਉਣ ਅਤੇ ਫੀਲਡ ਸਟਾਫ ਵਿੱਚ ਘੱਟੋ ਘੱਟ 1/3 ਲੜਕੀਆਂ ਨੂੰ ਸ਼ਾਮਿਲ ਕਰਕੇ ਲਿੰਗਕ ਬਰਾਬਰੀ ਦੀ ਧਾਰਨਾ ਵੀ ਨੋਟ ਕੀਤੀ ਹੈ। ਡੰਡੀ ਸਮਾਜਿਕ ਖਰਚੇ ਘਟਾਉਣ ਲਈ ਸਮਾਜਿਕ ਸਮਾਗਮਾਂ ਉੱਤੇ ਮਹਿਮਾਨ ਕੰਟਰੋਲ ਆਰਡਰ ਲਾਗੂ ਕਰਵਾਉਣ ਦੀ ਤਜਵੀਜ਼ ਵੀ ਹੈ। ਡੰਡੀ ਨਕਲੀ ਬੀਜ ਤੇ ਖਾਦ ਰੋਕਣ ਲਈ ਕਾਨੂੰਨ ਬਣਾਉਣ, ਟੇਲਾਂ ਉੱਤੇ ਪਾਣੀ ਨਾ ਪਹੁੰਚਣ ਅਤੇ ਪਿੱਛੇ ਚੋਰੀ ਲਈ ਸੰਬੰਧਿਤ ਵਿਅਕਤੀ ਨਾਲ ਅਧਿਕਾਰੀ ਨੂੰ ਵੀ ਜ਼ਿੰਮੇਵਾਰ ਬਣਾਏ ਜਾਣ ਦੀ ਤਜਵੀਜ਼ ਹੈ। ਡੰਡੀ ਖੇਤੀ ਖੇਤਰ ਵਿੱਚ ਕੇਂਦਰੀ ਅਤੇ ਰਾਜ ਦੇ ਬਜਟ ਵਿੱਚੋਂ ਨਿਵੇਸ਼ ਲਗਾਤਾਰ ਘਟ ਰਿਹਾ ਹੈ। ਡੰਡੀ ਵੱਖ-ਵੱਖ ਕਮੇਟੀਆਂ ਅਤੇ ਕਮਿਸ਼ਨ ਖੇਤੀ ਵਿੱਚ ਜਨਤਕ ਨਿਵੇਸ਼ ਵਧਾਉਣ ਦੀ ਸਿਫਾਰਿਸ਼ ਕਰ ਚੁੱਕੇ ਹਨ। ਡੰਡੀ ਵੱਡਾ ਮੁੱਦਾ ਡਾਕਟਰ ਸਵਾਮੀਨਾਥਨ ਦੀ ਅਗਵਾਈ ਵਿੱਚ ਬਣੇ ਕੌਮੀ ਕਿਸਾਨ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਹੈ। ਡੰਡੀ ਉਸ ਦੀ ਕੇਵਲ ਇੱਕ ਮੰਗ ਜ਼ਿਆਦਾ ਉੱਭਰੀ ਹੈ ਕਿ ਫਸਲਾਂ ਦਾ ਭਾਅ ਕੁੱਲ ਲਾਗਤ ਸ਼ਾਮਿਲ ਕਰਕੇ ਉਸ ਉੱਤੇ 50% ਮੁਨਾਫੇ ਨਾਲ ਦੇਣਾ ਚਾਹੀਦਾ ਹੈ। ਡੰਡੀ ਇਸ ਰਿਪੋਰਟ ਵਿੱਚ ਹੇਠਲੇ ਪੱਧਰ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਫੈਸਲੇ ਕਰਨ ਦੀ ਤਾਕਤ ਦੇਣ ਵਰਗੀਆਂ ਅਨੇਕ ਹੋਰ ਸਿਫਾਰਿਸ਼ਾਂ ਹਨ। ਡੰਡੀ ਇਹ ਨਿਹਾਇਤ ਜ਼ਰੂਰੀ ਹੈ ਕਿ ਪਹਿਲਾਂ ਸਮੱਸਿਆਵਾਂ ਨੂੰ ਸਮੁੱਚਤਾ ਵਿੱਚ ਸਮਝ ਲਿਆ ਜਾਵੇ ਅਤੇ ਫਿਰ ਉਸ ਦੇ
ਹੱਲ ਲਈ ਦੂਰਗਾਮੀ ਤੇ ਤੁਰੰਤ ਉਠਾਏ ਜਾਣ ਵਾਲੇ ਕਦਮਾਂ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ। ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ, ਸਟਾਰਟ। ਤੀਜਾ, ਸਾਨੂੰ ਸਮੁੰਦਰਾਂ ਅਤੇ ਉਹਨਾਂ ਲੋਕਾਂ ਜਿਨ੍ਹਾਂ ਦੀ ਰੋਜ਼ੀ ਸਮੁੰਦਰਾਂ ਉੱਤੇ ਨਿਰਭਰ ਹੈ ਦੀ ਵਾਤਾਵਰਣ ਤਬਦੀਲੀ ਦੇ ਅਸਰਾਂ ਤੋਂ ਸੁਰੱਖਿਆ ਯਕੀਨੀ ਬਣਾਉਣੀ ਹੋਵੇਗੀ। ਡੰਡੀ। ਇਸ ਤੋਂ ਅਗਾਂਹ ਸਾਨੂੰ ਸਮੁੰਦਰੀ ਜੈਵਿਕ ਪ੍ਰਬੰਧ ਨੂੰ ਸੁਰੱਖਿਅਤ ਕਰਨਾ ਪਵੇਗਾ, ਜਿਸ ਵਿੱਚ ਜਵਾਰੀ ਬੇਲੇ, ਜਲਗਾਹਾਂ ਤੇ ਮੂੰਗੇ ਦੀਆਂ ਚੱਟਾਨਾਂ ਵੀ ਸ਼ਾਮਲ ਹਨ, ਅਤੇ ਨਾਲ ਹੀ ਜਹਾਜ਼ਰਾਨੀ ਵਾਤਾ ਨੂੰ ਵੀ ਹੁਣ ਨਾਲੋਂ ਜ਼ਿਆਦਾ ਹਰਿਆਲੀ, ਸਮੁੰਦਰੀ ਆਵਾਜਾਈ ਵਰਨ ਪੱਖੀ ਬਣਾਉਣਾ ਹੋਵੇਗਾ। ਡੰਡੀ। ਸਮੁੰਦਰ ਵਿੱਚ ਤੇਲ ਦੇ ਰਿਸਾਅ ਦੀਆਂ ਘਟਨਾਵਾਂ ਨੂੰ ਰੋਕਣਾ ਹੋਵੇਗਾ। ਇਸ ਦਾ ਸਮੁੰਦਰੀ ਜੀਵਾਂ ਉੱਤੇ ਬਹੁਤ ਮਾਰੂ ਅਸਰ ਪੈਂਦਾ ਹੈ। ਡੰਡੀ। ਸਾਹਿਲੀ ਇਲਾਕਿਆਂ ਵਿੱਚ ਅਗਾਊਂ ਚੇਤਾਵਨੀ ਪ੍ਰਣਾਲੀ ਉੱਥੇ ਰਹਿਣ ਵਾਲੇ ਭਾਈਚਾਰਿਆਂ ਨੂੰ ਕਿਸੇ ਵੀ ਹਾਲਾਤ ਵਿੱਚ ਪਹਿਲਾਂ ਚੇਤੰਨ ਤੇ ਉਸਦੇ ਟਾਕਰੇ ਲਈ ਤਿਆਰ ਕਰੇਗੀ। ਡੰਡੀ। ਚੌਥਾ, UN ਵਿਗਿਆਨ ਤੇ ਨਵੀਆਂ ਕਾਢਾਂ ਨੂੰ ਵਧੇਰੇ ਤਵੱਜੋ ਦੇਣ ਦੀ ਸਲਾਹ ਦਿੰਦਾ ਹੈ ਤਾਂ ਕਿ ਇਹ ਸਾਨੂੰ ਆਲਮੀ ਸਮੁੰਦਰੀ ਕਾਰਵਾਈ ਲਈ ਇੱਕ ਨਵੇਂ ਅਧਿਆਏ ਲਈ ਸੇਧ ਦੇ ਸਕਣ। ਡੰਡੀ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇਸ ਦਾ 7500 ਕਿਲੋਮੀਟਰ ਲੰਮਾ ਸਾਹਿਲ ਇਸ ਨੂੰ ਅਹਿਮ ਸੁਰੱਖਿਆ ਮੁੱਦਾ ਬਣਾਉਂਦਾ ਹੈ। ਡੰਡੀ। ਸਮੁੰਦਰੀ ਸੁਰੱਖਿਆ ਨੂੰ ਤਰਜੀਹ ਦੇਣੀ ਲਾਜ਼ਮੀ ਹੈ, ਪਰ ਨਾਲ ਹੀ ਸਮੁੰਦਰ ਨੂੰ ਟਿਕਾਊਪਣ ਅਤੇ ਰੋਜ਼ੀ ਰੋਟੀ ਦੇ ਅਹਿਮ ਵਸੀਲੇ ਵਜੋਂ ਸੰਭਾਲਣਾ ਵੀ ਬਹੁਤ ਅਹਿਮੀਅਤ ਰੱਖਦਾ ਹੈ। ਡੰਡੀ। 3 ਦਹਾਕਿਆਂ ਤੋਂ ਵੀ ਪਹਿਲਾਂ ਡੂੰਘੇ ਸਮੁੰਦਰਾਂ ਨੂੰ ਘੋਖਣ ਵਾਲੇ ਫਰਾਂਸੀਸੀ ਮਾਹਿਰ ਤੇ ਫੋਟੋਗ੍ਰਾਫਰ ਯਾਕ ਕੋਸਟੋ, ਜਿਸ ਨੇ ਸਕੂਬਾ ਗੋਤਾਖੋਰਾਂ ਲਈ ਐਕੁਆ ਲੰਗ ਦੀ ਕਾਢ ਕੱਢੀ ਸੀ, ਨੇ ਸਾਨੂੰ ਹਿੰਦ ਮਹਾਸਾਗਰ ਵਿੱਚ ਫੈਲ ਰਹੇ ਪ੍ਰਦੂਸ਼ਣ ਬਾਰੇ ਖਬਰਦਾਰ ਕੀਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਸਮੁੰਦਰ ਨੂੰ ਪਲੀਤੀ ਤੋਂ ਬਚਾਉਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ। ਡੰਡੀ। ਅੱਜ ਉਸ ਦੇ ਪੋਤਰੇ ਫਿਲਿਪ ਕੋਸਟੋ, ਜੋ ਵਾਤਾਵਰਣ ਪ੍ਰੇਮੀ ਤੇ ਸਮੁੰਦਰੀ ਮਾਹਿਰ ਹੈ, ਦਾ ਕਹਿਣਾ ਹੈ ਕਿ ਅਜੇ ਵੀ ਵੇਲਾ ਹੈ, ਸਮੁੰਦਰਾਂ ਨੂੰ ਬਚਾਇਆ ਜਾ ਸਕਦਾ ਹੈ। ਅਜੇ ਬਹੁਤੀ ਦੇਰ ਨਹੀਂ ਹੋਈ, ਬਸ਼ਰਤੇ ਅਸੀਂ ਹਾਂਦਰੂ ਕਦਮ ਉਠਾਈਏ ਅਤੇ ਵਚਨਬੱਧਤਾ ਤੇ ਠੋਸ ਇਰਾਦੇ ਦਾ ਮੁਜ਼ਾਹਰਾ ਕਰੀਏ। ਡੰਡੀ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ, ਅਸੀਂ ਜਾਣਦੇ ਹਾਂ ਕਿ ਸਮੁੰਦਰ ਦੇ 30% ਹਿੱਸੇ ਨੂੰ ਬਚਾਉਣ ਲਈ ਕਰੀਬ $255 ਅਰਬ ਦੀ ਲਾਗਤ ਆਵੇਗੀ। ਡੰਡੀ। ਆਲਮੀ ਅਰਥਚਾਰੇ ਨੇ ਕਰੋਨਾ ਵਾਇਰਸ ਦੇ ਟਾਕਰੇ ਲਈ ਜੋ ਸਰਮਾਇਆ ਖਰਚਿਆ ਹੈ, ਇਹ ਉਸ ਦਾ ਇੱਕ ਅੰਸ਼ ਹੀ ਹੈ। ਡੰਡੀ। ਇਸ ਲਈ ਪੈਸੇ ਦੀ ਘਾਟ ਨਹੀਂ ਹੈ, ਸਾਨੂੰ ਬਸ ਸਿਆਸੀ ਠੋਸ ਇਰਾਦੇ ਦੀ ਲੋੜ ਹੈ ਤਾਂ ਕਿ ਇਸ ਨੂੰ ਸਾਕਾਰ ਕੀਤਾ ਜਾ ਸਕੇ। ਡੰਡੀ। ਕੁਦਰਤ ਦੇ ਬਖਸ਼ੇ ਫਲ ਸਾਡੇ ਸੰਤੁਲਿਤ ਭੋਜਨ ਲਈ ਵਰਦਾਨ ਹਨ। ਡੰਡੀ। ਜੇ ਭੋਜਨ ਨਾਲ ਇਹਨਾਂ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਡੰਡੀ। ਫਲਾਂ ਵਿੱਚ ਮਨੁੱਖੀ ਸਰੀਰ ਲਈ ਲੋੜੀਂਦੇ ਵਿਟਾਮਿਨ ਅਤੇ ਧਾਤਾਂ ਹੁੰਦੀਆਂ ਹਨ। ਡੰਡੀ। ਫਲਾਂ ਦੇ ਪੂਰੇ ਖੁਰਾਕੀ ਤੱਤ ਤਾਜ਼ੇ ਫਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਡੰਡੀ। ਆਮ ਲੋਕ ਫਲਾਂ ਦੀ ਵਰਤੋਂ ਘੱਟ ਕਰਦੇ ਹਨ। ਡੰਡੀ। ਫਲਾਂ ਦੀ ਕਾਸ਼ਤ ਵੱਡੇ ਪੱਧਰ 'ਤੇ ਨਾ ਹੋਣ ਕਰਕੇ ਅਕਸਰ ਇਹਨਾਂ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਹਨ। ਡੰਡੀ। ਬਾਜ਼ਾਰ ਵਿੱਚ ਮਿਲਣ ਵਾਲੇ ਫਲ ਕਈ ਵਾਰ ਰਸਾਇਣਾਂ ਨਾਲ ਪਕਾਏ ਹੁੰਦੇ ਹਨ। ਡੰਡੀ। ਉਂਝ ਵੀ ਰੇਹੜੀਆਂ ਉੱਤੇ ਰੱਖੇ ਫਲਾਂ ਉੱਤੇ ਮਿੱਟੀ ਅਤੇ ਹੋਰ ਕੀਟਾਣੂ ਆ ਜਾਂਦੇ ਹਨ। ਡੰਡੀ। ਅੱਧੀ ਸਦੀ ਪਹਿਲਾਂ ਪੰਜਾਬ ਵਿੱਚ ਫਲਾਂ ਦੇ ਰੁੱਖ ਚੌਖੀ ਗਿਣਤੀ ਵਿੱਚ ਹੁੰਦੇ ਸਨ। ਡੰਡੀ। ਆਮ ਕਰਕੇ
ਖੂਹਾਂ ਲਾਗੇ ਇੱਕ ਦੋ ਫਲਦਾਰ ਬੂਟੇ